ਤਕਰੀਬਨ 80 ਵਿਧਾਇਕਾਂ ਦੇ ਵਿੱਚੋਂ 62 ਬੰਦੇ, ਇਹਦਾ ਮਤਲਬ 2/3 ਤੋਂ ਵੱਧ ਹੋ ਗਏ। ਉਹ ਅੱਜ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੇ ਵਿਧਾਇਕ ਨੇ ਉਹ ਮੱਥਾ ਟੇਕਣ ਗਏ। ਪੰਜਾਬ ਦੀ ਸਥਿਤੀ ਸਿਆਸਤ ਦੇ ਤੌਰ ਤੇ ਅਜੀਬ ਕਿਸਮ ਦੀ ਬਣੀ ਹੋਈ ਸੀ। ਕੋਈ ਬੰਦਾ ਇੱਕ ਥੱਪੜ ਕੇ ਨਹੀਂ ਕਹਿ ਸਕਦਾ ਸੀ ਕਿ ਅਸੀਂ ਆ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਖਾਲਾ ਜੀ ਦਾ ਵਾੜਾ। ਉਹਨਾਂ ਦੇ ਸੁਭਾਅ ਮੁਤਾਬਕ ਉਹ ਇੱਕ ਆਪਣਾ ਸਟਾਈਲ ਆ ਉਹਨਾਂ ਦਾ, ਉਹਦੇ ਮੁਤਾਬਕ ਕੰਮ ਕਰਦੇ। ਦੂਜੇ ਪਾਸਿਓਂ ਵੀ ਆਏ ਨੇ ਕਿ ਜਦੋਂ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿੱਧੂ ਸਾਹਿਬ ਆਪਦੀ ਗੱਲ ਨਿਬੇੜਦੇ ਨਹੀਂ, ਅਸੀਂ ਉਹਨਾਂ ਨੂੰ ਨਹੀਂ ਮਿਲਣਾ। ਜਿਵੇਂ ਬ੍ਰਹਮਿੰਦਰਾ ਦਾ ਆਇਆ, ਕਈਆਂ ਦਾ ਹੋਰ ਆਇਆ ਹੈਗਾ। 2 ਦਿਨ ਪਹਿਲਾਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਰੂਟ ਦਿੱਤਾ ਸੀ ਵੀ ਤੁਸੀਂ ਇੱਧਰ ਦੀ ਜਾਓਗੇ। ਉਹਨਾਂ ਨੂੰ ਜਾਣ ਬੁੱਝ ਕੇ ਦਿੱਲੀ ਪੁਲਿਸ ਨੇ ਉਧਰਲੇ ਪਾਸੇ ਤੋਰਿਆ ਗਿਆ। ਰਿਪੋਰਟਰ ਨੇ ਖਬਰ ਰਿਪੋਰਟ ਮੁਤਾਬਕ ਬਣਾਉਣੀ ਆ, ਹਾਲਾਤਾਂ ਮੁਤਾਬਕ ਬਣਾਉਣੀ ਆ, ਥੋਪਣੀ ਨਹੀਂ। ਜੋ ਚੀਜ਼ ਵਾਪਰਦੀ ਹੈ ਸਪੌਟ ਦੇ ਉੱਤੇ ਉਹਨੂੰ ਅਸੀਂ ਕਵਰ ਕਰਨਾ ਹੈਗਾ। ਪਰ ਕਈ ਵਾਰੀ ਹਾਲਾਂਕਿ ਆਗੂਆਂ ਨੂੰ ਜਿੰਨਾ ਮਰਜ਼ੀ ਪੁੱਛੀ ਜਾਓ, ਜਿਹੜਾ ਸ਼ਡਿਊਲ ਪੋਲੀਟੀਸ਼ੀਅਨ ਉਹ ਕਦੇ ਨਹੀਂ ਕਰਦਾ। ਮਨੋਹਰ ਲਾਲ ਖੱਟੜ ਨੇ ਸਾਰਾ ਸਿਆਪਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦੇ ਗਲ 'ਚ ਪਾਤਾ। ਉਹ ਬਜ਼ੁਰਗ ਨੇ, ਉਹਨਾਂ ਦੇ ਪਿਤਾ ਸਮਾਨ ਨੇ। ਜੇ ਉਦੋਂ ਕਹਿਣਾ ਵੀ ਮੇਰੇ ਕਹਿਣ ਕਰਕੇ ਤੁਹਾਡੇ ਮਨ ਨੂੰ ਕੋਈ ਠੇਸ ਪਹੁੰਚੀ ਹੈ ਤੇ ਮੈਂ ਉਹਦੀ ਖਿਮਾ ਮੰਗ ਸਕਦਾ। ਪਰ ਜਿਹੜੇ ਮੁੱਦੇ ਉਠਾਏ ਨੇ, ਜੇ ਉਹਨਾਂ ਦੇ ਉੱਤੇ ਉਹ ਪਿੱਛੇ ਹਟੇਗਾ ਤਾਂ ਕੱਲ ਪੰਜਾਬ ਦੀ ਜਨਤਾ ਵੀ ਪੁੱਛੇਗੀ ਵੀ ਜੋ ਤੁਸੀਂ ਮੁੱਦੇ ਉਠਾਏ ਸੀ ਇਹਦਾ ਮਤਲਬ ਗਲਤ ਉਠਾਏ ਸੀ। ਜੰਤਰ ਮੰਤਰ ਦੇ ਉੱਤੇ ਕਿਸਾਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਆਪਣਾ ਧਰਨਾ ਪ੍ਰਦਰਸ਼ਨ ਉੱਥੇ ਕਰ ਸਕਦੇ ਨੇ। ਜੇ 26 ਜਨਵਰੀ ਵੇਲੇ ਵੀ ਇਹ ਗੱਲਬਾਤ ਕਰ ਲਈ ਜਾਂਦੀ, ਪਹਿਲਾਂ ਉਸ ਤੋਂ ਪਹਿਲਾਂ 26 ਨਵੰਬਰ ਵੇਲੇ ਹੀ ਮੰਨ ਲਈ ਜਾਂਦੀ। ਕਿਸਾਨਾਂ ਨੇ ਤਾਂ ਜਾਣਾ ਹੀ 2 ਦਿਨ ਵਾਸਤੇ ਸੀ। ਇਹ ਜਿਹੜਾ ਨਰਿੰਦਰ ਤੋਮਰ ਕਹਿੰਦਾ ਹੈ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹਾਂ, ਸੋਧਾਂ ਕਰਨ ਨੂੰ ਤਿਆਰ ਆ, ਜਦੋਂ ਕਿਸਾਨ ਸੋਧਾਂ ਚਾਹੁੰਦੇ ਹੀ ਨਹੀਂ, ਇਹਨੂੰ ਬਿੱਲ ਨੂੰ ਰੱਦ ਕਰ ਦਿਓ। ਇਹਨਾਂ ਕੋਲੇ ਤਾਂ ਜਿਹੜੀਆਂ ਕਰੋਨਾ ਦੇ ਦੌਰਾਨ ਮੌਤਾਂ ਹੋਈਆਂ ਨੇ ਉਹਦਾ ਰਿਕਾਰਡ ਵੀ ਹੈ ਨਹੀਂ। ਸਤਿ ਸ਼੍ਰੀ ਅਕਾਲ। ਸਾਡਾ ਖਾਸ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਸਿਆਸਤ ਦੀ, ਗੱਲ ਕਰਦੇ ਹਾਂ ਲੋਕ ਮੁੱਦਿਆਂ ਦੀ, ਗੱਲ ਕੀਤੀ ਜਾਂਦੀ ਹੈ ਸਮਾਜ ਦੀ, ਧਾਰਮਿਕ ਮੁੱਦਿਆਂ ਦੇ ਉੱਤੇ ਵੀ ਚਰਚਾ ਕੀਤੀ ਜਾਂਦੀ ਹੈ। ਇਸ ਚਰਚਾ ਦਾ ਹਿੱਸਾ ਬਣਦੇ ਨੇ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਸਾਹਿਬ ਅੱਜ ਵੀ ਸਾਡੇ ਨਾਲ ਮੌਜੂਦ ਨੇ। ਢਿੱਲੋਂ ਸਾਹਿਬ ਸਵਾਗਤ ਹੈ ਤੁਹਾਡਾ। ਸ਼ੁਕਰੀਆ, ਮਿਹਰਬਾਨੀ, ਬਹੁਤ ਬਹੁਤ। ਢਿੱਲੋਂ ਸਾਹਿਬ ਅੱਜ ਦਾ ਦਿਨ ਬੜਾ ਗਹਿਮਾ ਗਹਿਮੀ ਵਾਲਾ ਰਿਹਾ। ਜਿਸ ਤਰ੍ਹਾਂ ਕਿ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲੀ ਹੈ ਤੇ ਉਸ ਤੋਂ ਬਾਅਦ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਨੇ ਤੇ 60-62 ਦੇ ਕਰੀਬ MLA ਉਹਨਾਂ ਦੇ ਨਾਲ ਪਹੁੰਚੇ ਨੇ। ਬੱਸਾਂ ਦਾ ਬੰਦੋਬਸਤ ਕੀਤਾ ਗਿਆ ਸੀ। ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਗੱਲਾਂ ਬਾਤਾਂ ਹੋਈਆਂ, ਮੁਲਾਕਾਤ ਹੋਈ ਤੇ ਉਸ ਤੋਂ ਬਾਅਦ ਇਹ ਕਾਫਲਾ ਸ਼੍ਰੀ ਦਰਬਾਰ ਸਾਹਿਬ ਲਈ ਰਵਾਨਾ ਹੋਇਆ। ਇਸ ਸਾਰੇ ਘਟਨਾਕ੍ਰਮ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਧਰਮਿੰਦਰ ਜੀ, ਜਿਹੜਾ ਇਹ ਦਿਨ ਆਇਆ, ਇਹ ਐਂ ਲੱਗਦਾ ਜਿਵੇਂ ਕਾਂਗਰਸੀਆਂ ਦੇ ਵਿੱਚ ਬਹੁਤ ਚਿਰ ਤੋਂ ਨਿਰਾਸ਼ਾ ਦਾ ਆਲਮ ਚੱਲ ਰਿਹਾ ਸੀ। ਲੱਗ ਨਹੀਂ ਰਿਹਾ ਸੀ ਵੀ ਕੀਤਾ ਕੀ ਜਾਵੇ, ਕਿਹੜੇ ਪਾਸੇ ਜਾਇਆ ਜਾਵੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਖਾਲਾ ਜੀ ਦਾ ਵਾੜਾ ਨਹੀਂ। ਉਹਨਾਂ ਦੇ ਸੁਭਾਅ ਮੁਤਾਬਕ ਉਹ ਇੱਕ ਆਪਣਾ ਸਟਾਈਲ ਆ ਉਹਨਾਂ ਦਾ, ਉਹਦੇ ਮੁਤਾਬਕ ਕੰਮ ਕਰਦੇ ਨੇ। ਪਤਾ ਨਹੀਂ ਇਹ ਖੜੋਤ ਆਈ ਸੀ, ਉਧਰੋਂ ਚੋਣਾਂ ਨੇੜੇ ਆ ਗਈਆਂ, ਕਾਂਗਰਸੀ ਸੋਚਦੇ ਪਏ ਸੀ ਵੀ ਕੀਤਾ ਕੀ ਜਾਵੇ। ਪੰਜਾਬ ਦੀ ਸਥਿਤੀ ਸਿਆਸਤ ਦੇ ਤੌਰ ਤੇ ਅਜੀਬ ਕਿਸਮ ਦੀ ਬਣੀ ਹੋਈ ਸੀ। ਕੋਈ ਬੰਦਾ ਹਿੱਕ ਥੱਪੜ ਕੇ ਨਹੀਂ ਕਹਿ ਸਕਦਾ ਸੀ ਕਿ ਅਸੀਂ ਆ ਗਏ। ਨਾ ਅਕਾਲੀ, ਨਾ ਕਾਂਗਰਸੀ ਤੇ ਨਾ ਜਿਹੜੀ ਤੀਜੀ ਧਿਰ ਆਮ ਆਦਮੀ ਪਾਰਟੀ BJP ਨੇ ਤਾਂ ਕਹਿਣਾ ਹੀ ਕੀ ਸੀਗਾ। ਸੋ ਕਾਫੀ ਗੁੰਝਲਦਾਰ ਸਥਿਤੀ ਵਿੱਚੋਂ ਗੁਜ਼ਰ ਰਹੇ ਸੀ। ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਇਹ ਤਾਜ ਪਹਿਨਾਇਆ ਹੈ, ਭਾਵੇਂ ਆਪਾਂ ਕਹਿੰਦੇ ਹਾਂ ਕਿ ਸੌਖਾ ਗੱਲ ਨਹੀਂ ਉਹਨਾਂ ਨੂੰ ਉੱਥੋਂ ਤੱਕ ਪਹੁੰਚਣਾ, ਪਰ ਕਾਂਗਰਸੀਆਂ ਦੇ ਵਿੱਚ ਇੱਕ ਅਜੀਬ ਕਿਸਮ ਦਾ ਜਲਾਓ ਆਇਆ ਹੈ, ਦੇਖਣ ਨੂੰ ਮਿਲਦਾ ਹੈ। ਹੁਣ ਜਿਵੇਂ ਤੁਸੀਂ ਦੇਖੋ ਵੀ ਤਕਰੀਬਨ 80 ਵਿਧਾਇਕਾਂ ਦੇ ਵਿੱਚੋਂ 62 ਬੰਦੇ, ਇਹਦਾ ਮਤਲਬ 2/3 ਤੋਂ ਵੱਧ ਹੋ ਗਏ। ਉਹ ਅੱਜ ਨਵਜੋਤ ਸਿੰਘ ਸਿੱਧੂ ਦੇ ਨਾਲ ਜਿਹੜੇ ਵਿਧਾਇਕ ਨੇ ਉਹ ਮੱਥਾ ਟੇਕਣ ਗਏ ਨੇ। ਜਦੋਂ ਤੋਂ ਉਹਨਾਂ ਨੇ ਇਹ ਰਸਮੀ ਐਲਾਨ ਤਾਂ ਪਰਸੋਂ ਹੋਇਆ ਨਾ, ਚੌਥੇ ਤੋਂ ਹੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਪ੍ਰੋਗਰਾਮ ਬਣਾ ਕੇ ਜਿਹੜੇ ਸੀਨੀਅਰ ਆਗੂ ਆ ਉਹਨਾਂ ਦੇ ਘਰਾਂ 'ਚ ਕੱਲੇ ਦੇ ਜਾਣਾ ਸ਼ੁਰੂ ਕਰ ਦਿੱਤਾ ਸੀ। ਜਿੰਨੇ ਸੀਨੀਅਰ ਆਗੂ ਨੇ, ਭਾਵੇਂ ਸਰਦਾਰ ਲਾਲ ਸਿੰਘ ਨੇ, ਭਾਵੇਂ ਬੀਬੀ ਰਜਿੰਦਰ ਕੌਰ ਪੱਠਲ ਨੇ, ਸੁਨੀਲ ਜਾਖੜ ਤਾਂ ਹੈਗੇ ਸੀਗੇ, ਪ੍ਰਧਾਨ ਸੀ ਕਾਂਗਰਸ ਦੇ, ਮਹਿੰਦਰ ਸਿੰਘ KP ਨੇ, ਤ੍ਰਿਪਤ ਬਾਜਵਾ ਨੇ, ਸੁਖਜਿੰਦਰ ਸਿੰਘ ਰੰਧਾਵਾ ਨੇ, ਹੈ ਨਾ, ਬਲਬੀਰ ਸਿੱਧੂ ਨੇ, ਜਿੰਨੇ ਵੀ ਸੀਨੀਅਰ ਬੰਦੇ ਸੀ, ਮਹਿੰਦਰ ਸਿੰਘ KP ਸਾਬਕਾ ਪ੍ਰਧਾਨ, ਸ਼ਮਸ਼ੇਰ ਸਿੰਘ ਦੂਲੋਂ, ਪ੍ਰਤਾਪ ਸਿੰਘ ਬਾਜਵਾ, ਅਵਤਾਰ ਹੈਨਰੀ, ਸੁਖ ਸਰਕਾਰੀਆ, ਸਾਰਿਆਂ ਦੇ ਉਹਨਾਂ ਨੇ ਕੱਲੇ ਦੇ ਘਰ ਜਾਣਾ ਸ਼ੁਰੂ ਕੀਤਾ ਤੇ ਸਾਰਿਆਂ ਨੂੰ ਕਿਹਾ ਵੀ ਆਓ ਆਪਾਂ ਰਲ ਕੇ ਇਹਨੂੰ ਜਿਹੜਾ ਇਹ ਮਿਸ਼ਨ ਹੈ ਇਹਦੇ ਤੇ ਕੰਮ ਕਰੀਏ। ਧਰਮਿੰਦਰ, ਉਹਨਾਂ ਨੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਗਏ, ਫਿਰ ਉਹ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਕੱਲ੍ਹ ਉਹਨਾਂ ਦਾ ਜਿਹੜਾ
ਉਹਦੇ ਤੇ ਜਾ ਕੇ ਉਹਨਾਂ ਨੇ ਕੰਮ ਧੰਦਾ ਕੀਤਾ ਹੈਗਾ, ਇਹ ਕਾਫੀ ਆਪਣੇ ਆਪ ਦੇ ਵਿੱਚ ਅਹਿਮ ਹੈਗਾ। ਅੱਜ ਉਹਨਾਂ ਨੇ ਪ੍ਰੋਗਰਾਮ ਦੇ ਮੁਤਾਬਕ ਕੱਲ ਸ਼ਾਮੀ ਉਹ ਅੰਮ੍ਰਿਤਸਰ ਪਹੁੰਚ ਗਏ ਸੀ। ਜਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਉਹਨਾਂ ਦਾ ਸਵਾਗਤ ਹੋਇਆ ਨਾ, ਉਹ ਵੀ ਇੱਕ ਆਪਣੇ ਆਪ ਦੇ ਵਿੱਚ ਅਹਿਮ ਹੋਇਆ। ਹਰ ਵਰਗ ਨੇ ਕਈ ਥਾਵਾਂ ਦੇ ਉੱਤੇ ਬਿਖਰੇਵਿਆਂ ਵਾਲੀਆਂ ਤਸਵੀਰਾਂ ਵੀ ਸਾਹਮਣੇ ਨੂੰ ਆਈਆਂ ਨੇ ਕਿ ਇੱਕ ਦੂਜੇ ਦੇ ਨਾਲ ਮਾੜਾ ਮੋਟਾ ਜਿਹੜਾ ਬੋਲਚਾਲ ਹੈ ਉਹ ਵੀ ਦੇਖਣ ਨੂੰ ਮਿਲੀ ਹੈ, ਪਰ ਬਹੁ ਗਿਣਤੀ ਬੰਦਿਆਂ ਨੇ ਮਤਲਬ ਕਾਫੀ ਉਹਨਾਂ ਦਾ ਸਵਾਗਤ ਕੀਤਾ। ਹੁਣ ਅੱਜ ਜਿਹੜਾ ਉਹਨਾਂ ਦਾ ਪ੍ਰੋਗਰਾਮ ਸੀ, ਮੈਂ ਪਹਿਲੇ ਹੀ ਕਿਹਾ ਸੀ ਪ੍ਰੋਗਰਾਮ ਦੇ ਵਿੱਚ ਕਿ ਉਹਨਾਂ ਨੇ ਦਰਬਾਰ ਸਾਹਿਬ ਨਤਮਸਤਕ ਹੋਣਾ ਹੈ, ਜਿਹੜਾ ਉਹ ਰਾਮ ਤੀਰਥ ਹੈ ਉੱਥੇ ਵੀ ਜਾਣਾ ਹੈ। ਉਹਨਾਂ ਨੇ ਬਾਅਦ ਦੇ ਵਿੱਚ ਜਿਹੜਾ ਤੁਹਾਡਾ ਰੱਬ ਭਲਾ ਕਰੇ ਦੁਰਗਿਆਨਾ ਮੰਦਿਰ, ਹੋ ਸਕਦਾ ਉਹ ਮਤਲਬ ਉਹਨਾਂ ਦੇ ਸ਼ਡਿਊਲ ਦੇ ਵਿੱਚ ਜਲਿਆਂਵਾਲਾ ਬਾਗ ਦਾ ਵੀ ਹੋਵੇ, ਮੇਰਾ ਖਿਆਲ ਆ ਉਹ ਸ਼ਡਿਊਲ ਦੇ ਵਿੱਚ ਹੋਵੇਗਾ। ਸੋ ਉਸ ਲਈ ਉਹਨਾਂ ਨੇ ਸਾਰੇ ਵਿਧਾਇਕਾਂ ਨੂੰ ਸੱਦਾ ਦਿੱਤਾ ਸੀ, ਖੁਦ ਫੋਨ ਕੀਤਾ ਕਿ ਤੁਸੀਂ ਆਓ ਆਪਾਂ ਚੱਲੀਏ। 62 ਵਿਧਾਇਕ ਉਹਨਾਂ ਦੇ ਨਾਲ ਗਏ ਨੇ। ਬਹੁਤ ਸਾਰੇ ਵਿਧਾਇਕਾਂ ਨੇ ਮਤਲਬ ਕਿਹਾ ਕਿ ਹੁਣ ਨਵਜੋਤ ਸਿੰਘ ਸਿੱਧੂ ਕੋਈ ਆਮ ਬੰਦਾ ਨਹੀਂ, ਉਹ ਸਾਡੀ ਪਾਰਟੀ ਦਾ ਸੂਬਾ ਪ੍ਰਧਾਨ ਹੈ। ਜੇ ਸੂਬਾ ਪ੍ਰਧਾਨ ਸੱਦਾ ਦੇਵੇਗਾ ਅਸੀਂ ਜਾਣਾ ਹੈ, ਸੁਭਾਵਿਕ ਵੀ ਹੈ ਬਿਲਕੁਲ ਵੀ ਸੂਬਾ ਪ੍ਰਧਾਨ ਦਾ ਟਿਕਟਾਂ ਦਿਵਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਸੋ ਇਸ ਕਰਕੇ ਇਹ ਗੱਲ ਹੋਰ ਵੀ ਅਹਿਮ ਬਣ ਜਾਂਦੀ ਹੈ ਜਦੋਂ ਉਹ ਸਾਰੇ ਉੱਥੇ ਗਏ ਨੇ। ਔਰ ਕੱਲੇ ਕੱਲੇ ਨੂੰ ਤੁਸੀਂ ਗੱਲ ਕੀਤੀ, ਬਹੁਤ ਸਾਰੇ ਸਾਡੇ ਜਿਹੜੇ ਚੈਨਲ ਵਾਲੇ ਸੱਜਣ ਮਿੱਤਰ ਨੇ ਉਹਨਾਂ ਨੇ ਨਾ ਮਤਲਬ ਬਾਰ-ਬਾਰ ਜਿਹੜਾ ਏਜੰਡਾ ਪਿੱਛੋਂ ਮਿਲਿਆ ਹੋਵੇ ਉਹਦੇ ਤੇ ਗੱਲ ਕਰਕੇ ਬੰਦੇ ਨੂੰ ਪ੍ਰਵੋਕ ਕਰਨ ਦਾ ਯਤਨ ਕਰਦੇ ਨੇ। ਸਾਨੂੰ ਆਪਣੀ ਖਬਰ ਬਣਾਉਣ ਵਾਸਤੇ ਨਾ ਉਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਅਸੀਂ ਰਿਪੋਰਟਰ ਹਾਂ, ਰਿਪੋਰਟਰ ਨੇ ਖਬਰ ਰਿਪੋਰਟ ਮੁਤਾਬਕ ਬਣਾਉਣੀ ਆ, ਹਾਲਾਤਾਂ ਮੁਤਾਬਕ ਬਣਾਉਣੀ ਆ, ਥੋਪਣੀ ਨਹੀਂ। ਜੋ ਚੀਜ਼ ਵਾਪਰਦੀ ਹੈ ਸਪੌਟ ਦੇ ਉੱਤੇ ਉਹਨੂੰ ਅਸੀਂ ਕਵਰ ਕਰਨਾ ਹੈਗਾ। ਪਰ ਕਈ ਵਾਰੀ ਹਾਲਾਂਕਿ ਆਗੂਆਂ ਨੂੰ ਜਿੰਨਾ ਮਰਜ਼ੀ ਪੁੱਛੀ ਜਾਓ, ਜਿਹੜਾ ਸ਼ਡਿਊਲ ਪੋਲੀਟੀਸ਼ੀਅਨ ਉਹ ਕਦੇ ਨਹੀਂ ਕਰਦਾ। ਬਾਦਲ ਸਾਹਿਬ ਤੋਂ ਕਦੇ ਤੁਸੀਂ ਗੱਲ ਕਹਾ ਨਹੀਂ ਸਕਦੇ ਸੀ, ਕਦੇ ਮਤਲਬ ਉਹਨਾਂ ਨੇ ਹਮੇਸ਼ਾ ਕਹਿੰਦਾ ਹਾਂ ਕਾਕਾ ਇਹ ਵੀ ਠੀਕ ਹੈ, ਆਹ ਵੀ ਠੀਕ ਹੈ, ਹੋ ਜਾਣੀ ਹੈ, ਤੇ ਛੇਤੀ ਕੋਈ ਬੰਦਾ ਉਹਨਾਂ ਦੇ ਖਬਰ ਕਢਵਾ ਨਹੀਂ ਸਕਦਾ ਸੀ। ਮਤਲਬ ਜਿਹੜਾ ਸ਼ਡਿਊਲਡ ਪੋਲੀਟੀਸ਼ੀਅਨ ਹੁੰਦਾ ਹੈਗਾ ਉਹ ਕਦੇ ਵੀ ਉਹ ਗੱਲ ਨਹੀਂ ਕਰਦਾ। ਹੁਣ ਅੱਜ ਜਦੋਂ ਦਰਬਾਰ ਸਾਹਿਬ ਦੇ ਵਿੱਚ ਪਹੁੰਚੇ ਨੇ ਜਿੰਨੇ ਵੀ MLA, ਉਹਨਾਂ ਦੇ ਸਮਰਥਕ, ਹੋਰ ਸਮਰਥਕ, ਉਹਨਾਂ ਦੇ ਵਿੱਚ ਵੱਖਰੇ ਕਿਸਮ ਦਾ ਜਲਾਓ ਸੀ, ਜਿਵੇਂ ਉਹਨਾਂ ਨੂੰ ਕੋਈ ਕਿਨਾਰਾ ਨਾ ਮਿਲਦਾ ਦੇਖ ਕੇ ਹੁਣ ਇੱਕ ਕਿਨਾਰਾ ਮਿਲ ਗਿਆ ਹੋਵੇ। ਹਾਲਾਂਕਿ ਕੁਝ ਆਗੂਆਂ ਦੇ ਬਿਆਨ ਦੂਜੇ ਪਾਸਿਓਂ ਵੀ ਆਏ ਨੇ ਕਿ ਜਦੋਂ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਿੱਧੂ ਸਾਹਿਬ ਆਪਦੀ ਗੱਲ ਨਿਬੇੜਦੇ ਨਹੀਂ, ਅਸੀਂ ਉਹਨਾਂ ਨੂੰ ਨਹੀਂ ਮਿਲਣਾ। ਜਿਵੇਂ ਬ੍ਰਹਮਿੰਦਰਾ ਦਾ ਆਇਆ, ਕਈਆਂ ਦਾ ਹੋਰ ਆਇਆ ਹੈਗਾ। ਬ੍ਰਹਮਿੰਦਰਾ ਬਾਰੇ ਸਿੱਧੂ ਸਾਹਿਬ ਨੇ ਸਪਸ਼ਟ ਕੀਤਾ ਕਿ ਮੈਂ ਉਹਨਾਂ ਨੂੰ ਫੋਨ ਕੀਤਾ ਸੀ, ਉਹਨਾਂ ਨੇ ਕਿਹਾ ਸੀ ਕਿ ਅਜੇ ਮੇਰੇ ਕੋਲ ਟਾਈਮ ਨਹੀਂ, ਤੁਸੀਂ ਫੇਰ ਮੈਂ ਬਿਜੀ ਹਾਂ ਜਾਂ ਆ ਜਿਓ, ਕੋਈ ਗੱਲ ਨਹੀਂ। ਲੇਕਿਨ ਸਾਰੇ ਹੀ ਸਵਾਗਤ ਕਰਦੇ ਆ ਹਾਈ ਕਮਾਂਡ ਦਾ, ਹਾਈ ਕਮਾਂਡ ਤੋਂ ਡਰਦੇ ਆ, ਹਾਈ ਕਮਾਂਡ ਦੇ ਡੰਡੇ ਤੋਂ। ਲੇਕਿਨ ਇੱਥੇ ਜਿਹੜੀ ਗੱਲ ਵੱਖਰੀ ਲਾਪਦੇ ਆ, ਮੈਂ ਸਮਝਦਾ ਕਿ ਇਹਨੂੰ ਨਹੀਂ ਹੋਣਾ ਚਾਹੀਦਾ। ਕੈਪਟਨ ਸਾਹਿਬ ਵੀ ਬੜੇ ਸੂਝਵਾਨ ਤੇ ਸਿਆਣੇ ਬੰਦੇ ਨੇ, ਉਹ ਦੂਜੀ ਵਾਰ ਮੁੱਖ ਮੰਤਰੀ ਬਣੇ ਨੇ। ਹੁਣ ਉਮਰ ਦਾ ਇੱਕ ਤਕਾਜ਼ਾ ਹੁੰਦਾ ਹੈ, ਜਿਵੇਂ ਜਦੋਂ ਸੇਵਾ ਮੁਕਤੀ ਹੁੰਦੀ ਹੈ, ਜਿੱਦਣ ਤੁਹਾਡੀ ਅਪੁਆਇੰਟਮੈਂਟ ਹੁੰਦੀ ਹੈ, ਸੇਵਾ ਮੁਕਤੀ ਦਾ ਲਿਖਿਆ ਜਾਂਦਾ ਵੀ 58 ਸਾਲ ਦੇ ਉੱਤੇ ਇਹ ਜਿਹੜੇ ਭਾਵੇਂ ਕੋਈ ਵੱਡੇ ਤੋਂ ਵੱਡਾ ਅਧਿਕਾਰੀ ਹੋਵੇ ਉਹਨੇ ਸੇਵਾ ਮੁਕਤ ਹੋਣਾ ਹੀ ਹੁੰਦਾ ਹੈਗਾ। ਸੋ ਰਾਜਸੀ ਲੋਕ ਪਤਾ ਨਹੀਂ ਕਿਉਂ ਇਹ ਭਰਮ ਪਾਲੀ ਬੈਠੇ ਨੇ ਕਿ ਉਹਨਾਂ ਨੇ ਕਦੇ ਜਾਣਾ ਨਹੀਂ, ਜਿਵੇਂ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨਾਂ ਨਾਲ ਕਰ ਰਿਹਾ ਹੈਗਾ, ਵੀ ਸ਼ਾਇਦ ਉਹਨੇ ਕਦੇ ਜਾਣਾ ਹੀ ਨਹੀਂ ਛੱਡ ਕੇ। ਇਹ ਸਾਰਾ ਕੁਛ ਇਹ ਭਰਮ ਹੁੰਦੇ ਨੇ, ਛੱਡਣਾ ਹੀ ਪੈਂਦਾ ਹੁੰਦਾ, ਭਾਣਾ ਮੰਨਣਾ ਪੈਂਦਾ। ਜਦੋਂ ਹਾਈ ਕਮਾਂਡ ਨੇ ਬੰਦੇ ਨੂੰ ਬਣਾਤਾ, ਜਦੋਂ ਤੱਕ ਉਹ ਨਹੀਂ ਬਣਿਆ, ਤੁਹਾਡਾ ਸਾਰਿਆਂ ਦਾ ਹੈਗਾ ਫਰਜ਼ ਕਿ ਤੁਸੀਂ ਆਪ ਦੇ ਬਾਰੇ, ਕਿਸੇ ਹੋਰ ਬਾਰੇ ਮੁਕਾਬਲੇ ਦੀ ਜਿਹੜਾ ਹੈਗਾ ਉਹ ਜ਼ੋਰ ਜਮਾਇਸ਼ ਕਰ ਸਕਦੇ ਹੋ। ਪਰ ਜਦੋਂ ਸਿਹਰਾ ਕਿਸੇ ਦੇ ਸਿਰ ਤੇ ਟਿਕ ਜਾਂਦਾ ਹੈ ਤਾਂ ਜਾਂ ਤਾਂ ਹਾਈ ਕਮਾਂਡ ਨੂੰ ਮੰਨੋ ਨਾ। ਜੇ ਹਾਈ ਕਮਾਂਡ ਨੂੰ ਮੰਨਦੇ ਹੋ ਫਿਰ ਜਿਹੜਾ ਉਹਨੇ ਫੈਸਲਾ ਕਰਤਾ, ਜੋ ਤੁਸੀਂ ਹੁਣ ਤੱਕ ਆਲਾਪ ਰਹੇ ਹੋ ਕਿ ਉਹ ਪ੍ਰਵਾਨ ਹੈ। ਦੂਜੇ ਪਾਸੇ ਅਮਰਿੰਦਰ ਸਿੰਘ ਹੋਰਾਂ ਨੇ ਸ਼ਰਤ ਲਾਈ ਹੈ ਮੁੱਖ ਮੰਤਰੀ ਸਾਹਿਬ ਨੇ ਕਿ ਉਹ ਪਹਿਲਾਂ ਮਾਫੀ ਮੰਗੇ। ਜਿਹੜੇ ਟਵੀਟ ਉਹਨੇ ਕੀਤੇ ਨੇ, ਕੀ ਉਹ ਸਾਰੇ ਮੁੱਦੇ ਤੁਸੀਂ ਹੱਲ ਕਰ ਲਏ? ਜੇ ਕੱਲ ਨੂੰ ਉਹ ਇਹ ਕਹਿ ਦੇਵੇ ਕਿ ਮੁੱਖ ਮੰਤਰੀ ਸਾਹਿਬ ਇਹਨਾਂ ਤੇ ਜਵਾਬ ਦੇ ਦੇਣ ਕਿ ਇਹ ਸਾਰਾ ਕੁਝ ਅਸੀਂ ਕਰ ਲਿਆ ਜੋ ਚੋਣ ਮੈਨੀਫੈਸਟੋ 'ਚ ਲਿਖਿਆ ਸੀ, ਜੋ ਮੈਂ ਮੁੱਦੇ ਉਠਾਏ ਨੇ ਇਹ ਮੁੱਦੇ ਸਾਰਿਆਂ ਦਾ ਕੰਮ ਨਿਬੜ ਗਿਆ, ਫਿਰ ਤਾਂ ਗੱਲ ਹੈਗੀ ਹੈ। ਜਦੋਂ ਉਹਨਾਂ 'ਚੋਂ ਕੀਤਾ ਤਾਂ ਤੁਸੀਂ ਕੁਝ ਹੈ ਨਹੀਂ। ਹਾਂ, ਮੈਂ ਅਕਸਰ ਕਹਿਣਾ ਹੁੰਦਾ ਕਿ ਉਹ ਬਜ਼ੁਰਗ ਨੇ, ਉਹਨਾਂ ਦੇ ਪਿਤਾ ਸਮਾਨ ਨੇ। ਜੇ ਉਦੋਂ ਕਹਿਣਾ ਵੀ ਮੇਰੇ ਕਹਿਣ ਕਰਕੇ ਤੁਹਾਡੇ ਮਨ ਨੂੰ ਕੋਈ ਠੇਸ ਪਹੁੰਚੀ ਹੈ ਤੇ ਮੈਂ ਉਹਦੀ ਖਿਮਾ
ਮੰਗ ਸਕਦਾ ਹਾਂ। ਪਰ ਜਿਹੜੇ ਮੁੱਦੇ ਉਠਾਏ ਨੇ ਜੇ ਉਹਨਾਂ ਦੇ ਉੱਤੇ ਉਹ ਪਿੱਛੇ ਹਟੇਗਾ ਤਾਂ ਕੱਲ ਪੰਜਾਬ ਦੀ ਜਨਤਾ ਵੀ ਪੁੱਛੇਗੀ ਵੀ ਜੋ ਤੁਸੀਂ ਮੁੱਦੇ ਉਠਾਏ ਸੀ ਇਹਦਾ ਮਤਲਬ ਗਲਤ ਉਠਾਏ ਸੀ। ਦੋਹਾਂ ਚੋਂ ਇੱਕ ਤਾਂ ਗਲਤ ਹੈਗਾ ਨਾ। ਜਿਵੇਂ ਕਤਲ ਦੇ ਮਾਮਲੇ ਦੇ ਵਿੱਚ ਦੋ ਵਕੀਲ ਲੜਦੇ ਹੁੰਦੇ ਨੇ, ਇੱਕ ਡਿਫੈਂਸ ਤੋਂ ਤੇ ਇੱਕ ਉਹਨੂੰ ਸਜ਼ਾ ਦਿਵਾਉਣ ਵਾਸਤੇ। ਦੋਨਾਂ ਨੂੰ ਪਤਾ ਵੀ ਕਤਲ ਹੋਇਆ ਹੈ, ਇਹਨੇ ਕੀਤਾ ਹੈ, ਤਾਂ ਇੱਕ ਤਾਂ ਗਲਤ ਹੁੰਦਾ ਨਾ। ਸੋ ਇਸ ਕਰਕੇ ਇਸ ਮਸਲੇ ਨੂੰ ਜਿਹੜੇ ਕਾਂਗਰਸ ਦੇ ਕੁਝ ਸੁਹਿਰਦ ਆਗੂ ਨੇ ਤੇ ਇਹਨਾਂ ਦੀ ਹਾਈ ਕਮਾਨ ਹੈ, ਜਾਂ ਪੰਜਾਬ ਦੇ ਇੰਚਾਰਜ ਨੇ, ਜਾਂ ਭਾਵੇਂ ਬੀਬੀ ਸੋਨੀਆ ਗਾਂਧੀ ਹੋਣ, ਪ੍ਰਿੰਕਾ ਗਾਂਧੀ ਹੋਣ, ਰਾਹੁਲ ਗਾਂਧੀ ਹੋਣ, ਉਹਨਾਂ ਨੂੰ ਇਸ ਨੂੰ ਵਧੀਆ ਤਰੀਕੇ ਦੇ ਨਾਲ ਦੋਨਾਂ ਆਗੂਆਂ ਨੂੰ ਬਿਠਾ ਕੇ ਕੋਈ ਵਿਚਲਾ ਹੱਲ ਕੱਢ ਦੇਣਾ ਚਾਹੀਦਾ ਕਿ ਹੁਣ ਤੁਸੀਂ ਇਹਨੂੰ ਮੰਨੋ। ਪਤਾ ਲੱਗਿਆ ਕਿ ਬੀਬੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਹੋਰਾਂ ਨੇ ਬਹੁਤ ਸਾਰੇ ਵਿਧਾਇਕਾਂ ਮੰਤਰੀਆਂ ਨੂੰ ਫੋਨ ਵੀ ਕੀਤੇ ਹੈ ਵੀ ਹੁਣ ਨਵਜੋਤ ਸਿੱਧੂ ਨੂੰ ਇਹ ਬਾਗਡੋਰ ਦਿੱਤੀ ਹੈ, ਕਾਮਯਾਬ ਕਰਨ ਵਾਸਤੇ ਉਹਦਾ ਸਾਥ ਦਿਓ। ਜੀ ਬਿਲਕੁਲ ਢਿੱਲੋਂ ਸਾਹਿਬ, ਅਸੀਂ ਵੇਰਕਾ ਸਾਹਿਬ ਦਾ ਵੀ ਬਿਆਨ ਸੁਣ ਰਹੇ ਸੀ। ਉਹਨਾਂ ਦਾ ਕਹਿਣਾ ਸੀ ਕਿ ਜੇਕਰ ਮੁੱਖ ਮੰਤਰੀ ਸਾਹਿਬ ਬੁਲਾਉਣਗੇ ਤਾਂ ਵੀ ਅਸੀਂ ਜਾਵਾਂਗੇ, ਜੇਕਰ ਪ੍ਰਧਾਨ ਸਾਹਿਬ ਬੁਲਾਉਣਗੇ ਅਸੀਂ ਤਾਂ ਵੀ ਜਾਵਾਂਗੇ। ਇਸੇ ਤਰ੍ਹਾਂ ਦਾ ਹੀ ਮਿਲਦਾ ਜੁਲਦਾ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਸੀ। ਉਹਨਾਂ ਦਾ ਕਹਿਣਾ ਸੀ ਕਿ ਜੋ ਹਾਈ ਕਮਾਨ ਨੇ ਫੈਸਲਾ ਕੀਤਾ ਹੈ ਉਹ ਸਾਨੂੰ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਕਹਿ ਰਹੇ ਸੀ ਕਿ ਜੋ ਹਾਈ ਕਮਾਨ ਪੰਜਾਬ ਦੇ ਭਲੇ ਵਾਸਤੇ ਕਰੂਗੀ, ਪੰਜਾਬ ਵਾਸਤੇ ਕਰੂਗੀ, ਉਹ ਸਾਨੂੰ ਸਾਰਿਆਂ ਨੂੰ ਮੰਨਣਾ ਹੀ ਪਵੇਗਾ। ਪਰ ਵੱਡਾ ਸਵਾਲ ਇਹ ਖੜਾ ਹੋ ਗਿਆ ਢਿੱਲੋਂ ਸਾਹਿਬ ਕਿ ਜਿੱਤੇਗਾ ਪੰਜਾਬ ਮਿਸ਼ਨ, ਉਹ ਵੀ ਹੁਣ ਸਿੱਧੂ ਸਾਹਿਬ ਨੂੰ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਉਹਨਾਂ ਦਾ ਮਿਸ਼ਨ ਕੀ ਹੈ। ਜਿਸ ਤਰ੍ਹਾਂ ਦੇ ਨਾਲ ਉਹ ਬਲੂਪ੍ਰਿੰਟ ਮੰਗ ਰਹੇ ਸੀਗੇ ਕਿ ਬਿਜਲੀ ਦੇ ਸਮਝੌਤਿਆਂ ਦੇ ਬਲੂਪ੍ਰਿੰਟ ਜਨਤਕ ਹੋਣੇ ਚਾਹੀਦੇ ਨੇ, ਸਾਰਾ ਕੁਝ ਜਨਤਕ ਹੋਣਾ ਚਾਹੀਦਾ ਹੈ, ਕੀ ਸਿੱਧੂ ਸਾਹਿਬ ਹੁਣ ਵੱਡਾ ਅਹੁਦਾ ਮਿਲਣ ਤੋਂ ਬਾਅਦ, ਪ੍ਰਧਾਨ ਲੱਗਣ ਤੋਂ ਬਾਅਦ ਇਹ ਸਾਰਾ ਕੁਝ ਜਨਤਕ ਕਰਨਗੇ? ਦੇਖੋ, ਸਿੱਧੂ ਨੇ ਮੁੱਖ ਤੌਰ ਦੇ ਉੱਤੇ ਮੰਗਾਂ ਤਾਂ 4-5 ਹੀ ਰੱਖੀਆਂ ਸੀ ਨਾ। ਪਹਿਲੀ ਮੰਗ ਸੀਗੀ ਕਿ ਬਰਗਾੜੀ ਦੇ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਜੀ। ਦੂਜਾ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਕੇਬਲ ਮਾਫੀਆ, ਸ਼ਰਾਬ ਮਾਫੀਆ, ਇਹਦੇ ਤੇ ਕਾਬੂ ਹੋਵੇ। ਤੀਜਾ ਕਿਹਾ ਸੀ ਕਿ ਜਿਹੜਾ ਨਸ਼ੇ ਵਾਲੀਆਂ ਰਿਪੋਰਟਾਂ ਹਾਈ ਕੋਰਟ ਦੇ ਵਿੱਚ ਬੰਦ ਪਈਆਂ ਨੇ, ਮਿਸਟਰ ਚਟੋਪਾਧਿਆਏ ਤੇ ਹਰਪ੍ਰੀਤ ਸਿੱਧੂ ਵਾਲੀਆਂ, ਉਹਨਾਂ ਨੂੰ ਜਗ ਜ਼ਾਹਿਰ ਕੀਤਾ ਜਾਵੇ। ਚੌਥਾ ਕਿਹਾ ਸੀਗਾ ਕਿ ਬਿਜਲੀ ਦੇ ਜਿਹੜੇ ਸਮਝੌਤੇ ਪਿਛਲੀ ਸਰਕਾਰ ਕਰ ਗਈ, ਲੋਕਾਂ ਤੇ ਬੋਝ ਪਾ ਗਈ, ਉਹਦੀ ਇੱਕ ਸਫੈਦ ਪੱਤਰ ਲੋਕ ਕਚਹਿਰੀ ਦੇ ਵਿੱਚ ਰੱਖਿਆ ਜਾਵੇ। ਇਸੇ ਤਰ੍ਹਾਂ ਉਹਨਾਂ ਨੇ ਕੇਬਲ ਤੇ ਟਰਾਂਸਪੋਰਟ ਮਾਫੀਆ ਦੀ ਗੱਲ ਵੀ ਕੀਤੀ ਸੀ। ਇਹ ਤੇ ਹੱਲ ਕਰਾਉਣਾ ਇਹ ਕੋਈ ਸੌਖਾ ਕੰਮ ਨਹੀਂ ਹੈ, ਬਹੁਤ ਔਖਾ ਕੰਮ ਹੈ। ਪਰ ਹੁਣ ਜਿਵੇਂ ਅੱਜ ਉਹਨਾਂ ਨੇ ਸਹੁੰ ਚੁੱਕ ਲਈ, ਮੇਰਾ ਖਿਆਲ ਹੈ ਅੱਜ ਜਾਂ ਕੱਲ੍ਹ ਦੇ ਵਿੱਚ ਐਲਾਨ ਹੋ ਜਾਏਗਾ ਕਿ ਸਿੱਧੂ ਸਾਹਿਬ ਨੇ ਬਾਕਾਇਦਾ ਤੌਰ ਦੇ ਉੱਤੇ, ਰਸਮੀ ਤੌਰ ਦੇ ਉੱਤੇ ਪੰਜਾਬ ਪ੍ਰਦੇਸ਼ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ ਕਦੋਂ ਅਹੁਦਾ ਸੰਭਾਲਣਾ ਹੈ। ਉਹ ਜਦੋਂ ਅਹੁਦਾ ਸੰਭਾਲਣਗੇ ਉਸ ਦਿਨ ਉਹਨਾਂ ਨੂੰ ਨਾਲ ਆਪ ਦਾ ਮਿਸ਼ਨ ਵੀ ਸਪਸ਼ਟ ਕਰਨਾ ਚਾਹੀਦਾ। ਹਾਲਾਂਕਿ ਕੱਲ੍ਹ ਉਹਨਾਂ ਨੇ ਕਿਹਾ ਕਿ ਪੰਜਾਬ ਮਿਸ਼ਨ ਜਿੱਤੇਗਾ, ਪੰਜਾਬ ਦੇ ਉੱਤੇ ਮੈਂ ਕੰਮ ਕਰਾਂਗਾ, ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗਾ। ਇੱਕ ਦੋ ਗੱਲਾਂ ਬਹੁਤ ਵਧੀਆ ਕਹੀਆਂ ਨੇ ਕਿ ਨਿਰਸਵਾਰਥ ਤੇ ਹਉਮੈ ਰਹਿਤ ਹੋ ਕੇ ਚੱਲੋ। ਸਾਡਾ ਮਿਸ਼ਨ ਸਿਰਫ ਤੇ ਸਿਰਫ ਪੰਜਾਬ ਦੀ ਨੂੰ ਹੋਣਾ ਚਾਹੀਦਾ, ਹੋਰ ਕੋਈ ਮਿਸ਼ਨ ਨਹੀਂ। ਇਹਦੇ ਵਿੱਚ ਵਿਚਾਲੇ ਜੇ ਅਸੀਂ ਕਹਾਂਗੇ ਕੋਈ ਗੱਲ ਕਰਾਂਗੇ ਉਹ ਠੀਕ ਨਹੀਂ ਹੋਵੇਗੀ। ਸੋ ਇਸ ਕਰਕੇ ਜੋ ਉਹਨਾਂ ਨੇ ਗੱਲ ਕੀਤੀ ਹੈ ਉਹ ਹੁਣ ਅੱਗੇ ਕਿਵੇਂ ਇਹਦਾ ਹੱਲ ਹੁੰਦਾ ਇਹ ਆਉਣ ਵਾਲਾ ਸਮਾਂ ਦੱਸੇਗਾ। ਜੀ ਬਿਲਕੁਲ ਢਿੱਲੋਂ ਸਾਹਿਬ, ਕਿਸਾਨ ਅੰਦੋਲਨ ਬੜਾ ਇਸ ਵੇਲੇ ਭਖਿਆ ਹੋਇਆ ਹੈ। ਸੰਸਦ ਦਾ ਮੌਨਸੂਨ ਇਜਲਾਸ ਸ਼ੁਰੂ ਹੋ ਚੁੱਕਿਆ, 19 ਜੁਲਾਈ ਤੋਂ ਸ਼ੁਰੂ ਹੋਇਆ ਤੇ ਉਹਦੇ ਪੈਰਲਰ ਕਿਸਾਨ ਜਥੇਬੰਦੀਆਂ ਵੱਲੋਂ, ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਅਸੀਂ ਵੀ ਆਪਣੀ ਸੰਸਦ ਚਲਾਵਾਂਗੇ, ਖੇਤੀ ਕਾਨੂੰਨਾਂ ਦੇ ਉੱਤੇ ਚਰਚਾ ਕੀਤੀ ਜਾਵੇਗੀ, ਮਤੇ ਪਾਏ ਜਾਣਗੇ। ਇਸੇ ਦੇ ਚੱਲਦਿਆਂ ਲੰਮੇ ਸਮੇਂ ਤੋਂ ਰੇੜਕਾ ਬਰਕਰਾਰ ਸੀਗਾ ਦਿੱਲੀ ਪੁਲਿਸ ਤੇ ਕਿਸਾਨਾਂ ਦੇ ਦਰਮਿਆਨ, ਤੇ ਉਹ ਹੁਣ ਇੱਕ ਪਾਸੇ ਲੱਗਦਾ ਹੋਇਆ ਨਜ਼ਰ ਆ ਰਿਹਾ ਹੈ। ਖਬਰਾਂ ਇਹ ਨੇ ਕਿ ਜੰਤਰ ਮੰਤਰ ਦੇ ਉੱਤੇ ਕਿਸਾਨਾਂ ਨੂੰ ਇਜਾਜ਼ਤ ਦਿੱਤੀ ਗਈ ਹੈ ਕਿ ਉਹ ਆਪਣਾ ਧਰਨਾ ਪ੍ਰਦਰਸ਼ਨ ਉੱਥੇ ਕਰ ਸਕਦੇ ਨੇ। ਦੇਖੋ, ਕਾਫੀ ਲੰਬੇ ਸਮੇਂ ਤੋਂ ਇਹ ਗੱਲਬਾਤ ਚੱਲ ਰਹੀ ਸੀ। ਜਿਹੜੀ ਗੱਲ ਅੱਜ ਕੀਤੀ ਹੈ ਦਿੱਲੀ ਦੀ ਪੁਲਿਸ ਨੇ, ਜਾਂ ਇਹ ਕਹਿ ਸਕਦੇ ਆ ਕਿ ਜਿਹੜਾ ਸੈਸ਼ਨ ਦੇ ਵਿੱਚ ਵਿਰੋਧੀ ਪਾਰਟੀਆਂ ਨੇ ਸਰਕਾਰ ਦਾ ਸੈਸ਼ਨ ਚੱਲਣ ਨਹੀਂ ਦਿੱਤਾ, ਉਹਦਾ ਵੀ ਅਸਰ ਹੋ ਸਕਦਾ ਹੈ। ਜੇ 26 ਜਨਵਰੀ ਵੇਲੇ ਵੀ ਇਹ ਗੱਲਬਾਤ ਕਰ ਲਈ ਜਾਂਦੀ, ਪਹਿਲਾਂ ਉਸ ਤੋਂ ਪਹਿਲਾਂ 26 ਨਵੰਬਰ ਵੇਲੇ ਹੀ ਮੰਨ ਲਈ ਜਾਂਦੀ। ਕਿਸਾਨਾਂ ਨੇ ਤਾਂ ਜਾਣਾ ਹੀ 2 ਦਿਨ ਵਾਸਤੇ ਸੀ, 26 ਤੇ 27 ਵਾਸਤੇ। ਉਸ ਤੋਂ ਬਾਅਦ ਉਹ ਆਪਣਾ ਅਗਲਾ ਪ੍ਰੋਗਰਾਮ ਦਿੱਤਾ। ਜਿਹੜਾ ਇਹਨਾਂ ਦਾ ਬੰਦਾ ਹੈਗਾ ਮਨੋਹਰ ਲਾਲ ਖੱਟੜ ਨੇ ਸਾਰਾ ਸਿਆਪਾ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਦੇ ਗਲ 'ਚ ਪਾਤਾ। ਜੇ ਇਹ 26-27 ਜੰਤਰ ਮੰਤਰੀ ਜਾਣਾ ਸੀ, ਉੱਥੇ ਆਪਣਾ 2 ਦਿਨ ਔਖ ਕੱਟ ਲੈਂਦੇ। 26-27 ਜਾ ਕੇ 28 ਨੂੰ ਇਹਨਾਂ ਨੇ ਵਾਪਸ ਆ ਜਾਣਾ ਸੀਗਾ। 26 ਜਨਵਰੀ ਵੇਲੇ ਵੀ ਜਿਹੜਾ ਧਮੱਚੜ ਪਾਇਆ ਗਿਆ, ਜਿਹੜਾ ਮਤਲਬ ਉਹਨਾਂ ਦਾ ਰੂਟ ਨਹੀਂ ਸੀ, ਉਹ ਰੂਟ ਉਹਨਾਂ ਤੇ ਥੋਪਿਆ ਗਿਆ। ਇੱਕ ਵਿਸ਼ੇਸ਼ ਫਿਰਕੇ ਦਾ ਜਿਹੜਾ ਝੰਡਾ ਲਹਿਰਾ ਕੇ, ਜਾਂ ਜਿਹਨੂੰ ਨਿਸ਼ਾਨ ਸਾਹਿਬ ਕਹਿੰਦੇ ਹਾਂ ਅਸੀਂ, ਉਹ ਧਾਰਮਿਕ ਚਿੰਨ੍ਹ ਆ ਸਾਡਾ, ਉਹਨੂੰ ਦੇ ਮੁੱਦੇ ਨੂੰ ਲੈ ਕੇ ਉਸ ਫਿਰਕੇ ਨੂੰ
ਵਰਤ ਕੇ ਬਹੁ ਗਿਣਤੀ ਨੂੰ ਪਿੱਛੇ ਲਾਉਣ ਦਾ ਜਿਹੜਾ ਮਨਸੂਬਾ ਸੀ, ਕਿਸਾਨਾਂ ਦੇ ਰੂਟ ਦੇ ਵਿੱਚ ਤਾਂ ਲਾਲ ਕਿਲੇ ਦਾ ਕਿਤੇ ਥਾਂ ਹੀ ਨਹੀਂ ਸੀ। 2 ਦਿਨ ਪਹਿਲਾਂ ਦਿੱਲੀ ਪੁਲਿਸ ਨੇ ਉਹਨਾਂ ਨੂੰ ਰੂਟ ਦਿੱਤਾ ਸੀ ਵੀ ਤੁਸੀਂ ਇੱਧਰ ਦੀ ਜਾਓਗੇ, ਉਹਨਾਂ ਨੂੰ ਜਾਣ ਬੁੱਝ ਕੇ ਦਿੱਲੀ ਪੁਲਿਸ ਨੇ ਉਧਰਲੇ ਪਾਸੇ ਤੋਰਿਆ ਗਿਆ। ਹੁਣ ਅੱਜ ਐਲਾਨ ਕਰ ਦਿੱਤਾ ਗਿਆ ਕਿ ਜਿਹੜੀ ਲਾਲ ਕਿਲੇ ਦੀ ਸੁਰੱਖਿਆ ਉਹ ਵਧਾ ਦਿੱਤੀ ਜਾਵੇਗੀ। ਉਦੋਂ ਕਿਉਂ ਨਾ ਵਧਾਈ ਗਈ? ਬਿਲਕੁਲ। ਉਹਦਾ ਵੀ ਇੱਕ ਸਫੈਦ ਪ੍ਰਿੰਟ ਜਿਹੜਾ ਪੱਤਰ ਹੈ ਉਹ ਲੋਕਾਂ ਦੀ ਕਚਹਿਰੀ 'ਚ ਲਿਆਉਣਾ ਚਾਹੀਦਾ ਕਿ ਉਹ ਕਿਉਂ ਕੀਤਾ ਗਿਆ, ਕਿਹਨੇ ਕਰਾਇਆ, ਉਹਦੇ ਪਿੱਛੇ ਮਨਸੂਬੇ ਕਿਹਦੇ ਸੀਗੇ, ਉਹ ਫੇਲ ਕੀਤਾ ਗਿਆ। ਇਸ ਕਰਕੇ ਜਿਹੜਾ ਕੁਝ ਅੱਜ ਕੀਤਾ ਗਿਆ ਇਹਨਾਂ ਨੇ, ਇਹ ਆਪਣੇ ਆਪ ਦੇ ਵਿੱਚ ਅਹਿਮ ਹੈ। ਉਹ ਹੁਣ ਕਿਸਾਨਾਂ ਦੇ ਨਾਲ ਜੋ ਗੱਲਬਾਤ ਪਤਾ ਲੱਗੀ ਹੈ ਕਿ ਜੰਤਰ ਮੰਤਰ ਕਹਿਤਾ ਵੀ ਤੁਸੀਂ ਉੱਥੇ ਆਓ, ਆਪ ਦਾ ਜਿਹੜਾ 10 ਤੋਂ 5 ਪ੍ਰਦਰਸ਼ਨ ਕਰਨਾ ਹੈ, ਭਾਵੇਂ ਉੱਥੇ ਸੈਸ਼ਨ ਚਲਾਓ, ਜੋ ਮਰਜ਼ੀ ਚਲਾਓ, ਉਹ ਉੱਥੇ ਬਹਿ ਕੇ ਤੁਸੀਂ ਕਰ ਸਕਦੇ ਹੋ। ਮੇਰਾ ਖਿਆਲ ਹੈ ਕਿ ਹਾਲਾਤ ਸੁਖਾਵੇਂ ਦੇ ਵਿੱਚ ਇਹ ਗੱਲਬਾਤ ਸਿਰੇ ਚੜ੍ਹ ਜਾਵੇਗੀ। ਉੱਥੇ ਕਿਸਾਨ ਆਪਦਾ ਸੰਘਰਸ਼ ਕਰਨਗੇ। ਜਿਹੜਾ ਕਿਸਾਨਾਂ ਨੇ ਜਾਣਾ ਵੀ ਬੱਸਾਂ 'ਚ ਹੈ, ਕਿਸਾਨਾਂ ਨੇ ਆਇਡੈਂਟੀ ਕਾਰਡ ਵੀ ਜਾਰੀ ਕਰਨੇ ਕੀਤੇ ਹੈ ਕਿ ਆਹੀ ਬੰਦੇ ਜਾਣਗੇ। ਲੱਗਦਾ ਕਿ ਜਿਹੜਾ ਸੁੱਖ ਸਾਂਦ ਦੇ ਨਾਲ 13 ਅਗਸਤ ਤੱਕ ਸੈਸ਼ਨ ਚੱਲਣਾ ਹੈ, ਇਹ ਜਿਹੜਾ ਮਾਮਲਾ ਨਿਪਟ ਜਾਵੇਗਾ। ਜੀ ਢਿੱਲੋਂ ਸਾਹਿਬ, ਇੱਕ ਪਾਸੇ ਕਿਸਾਨ ਅੰਦੋਲਨ ਕਰ ਰਹੇ ਨੇ, ਦੂਜੇ ਪਾਸੇ ਕੇਂਦਰ ਦੀ ਸਰਕਾਰ ਅਜੇ ਵੀ ਅੜੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਸਾਡੀ ਘਰ ਵਾਪਸੀ ਸੰਭਵ ਨਹੀਂ, ਤੇ ਦੂਜੇ ਪਾਸੇ ਕੇਂਦਰ ਸਰਕਾਰ ਕਹਿੰਦੀ ਹੈ ਕਿ ਅਸੀਂ ਉਹਨਾਂ ਦੇ ਵਿੱਚ ਸੋਧਾਂ ਕਰ ਦਿਆਂਗੇ। ਹੁਣ ਵੀ ਜਿਹੜਾ ਖੇਤੀ ਮੰਤਰੀ ਨੇ ਕੇਂਦਰੀ, ਨਰਿੰਦਰ ਤੋਮਰ, ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਹਮੇਸ਼ਾ ਕਿਸਾਨਾਂ ਲਈ ਗੱਲਬਾਤ ਦੇ ਲਈ ਤਿਆਰ ਹੈ। ਇਹ ਜਿਹੜਾ ਨਰਿੰਦਰ ਤੋਮਰ ਆ ਨਾ, ਇਹ ਮੱਧ ਪ੍ਰਦੇਸ਼ ਦਾ ਇਹਦਾ ਘਰਾਓ ਹੋ ਚੁੱਕਿਆ ਉੱਥੇ ਮੱਧ ਪ੍ਰਦੇਸ਼ ਦੇ ਵਿੱਚ। ਇਹ ਵਾਰ-ਵਾਰ ਕਹਿਣਾ ਅੱਜ ਬੜਾ ਅਜੀਬ ਕਿਸਮ ਦਾ ਮੈਂ ਪਾਰਲੀਮੈਂਟ ਦੇ ਵਿੱਚ ਸੁਣਿਆ। ਸਿਹਤ ਵਾਲੇ ਇਸ਼ੂ ਤੇ ਆ ਕੇ ਜਦੋਂ ਫਸ ਗਏ, ਕਹਿੰਦੇ ਜੀ ਸਿਹਤ ਦਾ ਸਬਜੈਕਟ ਰਾਜਾਂ ਦਾ ਹੈ, ਇਹ ਰਾਜਾਂ ਨੂੰ ਕਰਨਾ ਚਾਹੀਦਾ ਹੈਗਾ, ਰਾਜਾਂ ਨੂੰ ਜਿਹੜਾ ਵੈਕਸੀਨ ਦੂਜਾ ਦੇਣਾ ਚਾਹੀਦਾ। ਫਿਰ ਨਾਲ ਹੀ ਕਿਸੇ ਨੇ ਸਵਾਲ ਪੁੱਛਿਆ ਵੀ ਖੇਤੀ ਵੀ ਤਾਂ ਰਾਜਾਂ ਦੇ ਹੀ ਸੀ, ਉਹਦੇ ਵਿੱਚ ਲੱਤ ਕਿਉਂ ਫਸਾਈ ਹੈ? ਦਿੱਲੀ ਵਾਲੇ ਮਾਮਲੇ ਦੇ ਵਿੱਚ ਸ਼ਕਤੀਆਂ ਕੱਟ ਕੇ ਮੁੱਖ ਮੰਤਰੀ ਦੀਆਂ ਜਿਹੜਾ ਉਹਨਾਂ ਦਾ ਲੈਫਟੀਨੈਂਟ ਗਵਰਨਰ ਹੈ ਉਹਨੂੰ ਕਿਉਂ ਦਿੱਤੀਆਂ ਨੇਗੀਆਂ? ਸੋ ਜਦੋਂ ਤਾਂ ਫਸਦੇ ਹੈ ਹੋਰ ਗੱਲ ਹੈ, ਜੇ ਕਰਦੇ ਹੈ ਹੋਰ ਗੱਲ ਹੈ। ਸੋ ਇਹਦੇ ਵਿੱਚ ਧਰਮਿੰਦਰ ਇਹਨਾਂ ਨੂੰ ਥੋੜ੍ਹਾ ਬਹੁਤਾ ਸਮਝ ਕੇ ਚੱਲਣਾ ਚਾਹੀਦਾ ਹੈ। ਇਹ ਦੇਸ਼ ਦਾ ਕਿਸਾਨ ਹੈ, ਜਿਹੜਾ ਕਿਸਾਨ ਚਾਹੁੰਦਾ ਹੀ ਨਹੀਂ ਵੀ ਸਾਡੀ ਕਾਇਆ ਕਲਪ ਕੀਤੀ ਜਾਵੇ, ਅਸੀਂ ਜੋ ਸਿਸਟਮ ਚੱਲਦਾ ਉਹਦੇ ਮੁਤਾਬਕ ਠੀਕ ਹੈ, ਸਾਡੀਆਂ ਜ਼ਮੀਨਾਂ ਨਾ ਖੂਹੀਆਂ ਜਾਣ, ਉਹਦੇ ਤੇ ਫਿਰ ਲੱਤ ਫਸਾਈ ਕਿਉਂ ਜਾ ਰਹੀ ਹੈ? ਸੋ ਇਹ ਜਿਹੜਾ ਨਰਿੰਦਰ ਤੋਮਰ ਕਹਿੰਦਾ ਹੈ ਕਿ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ, ਸੋਧਾਂ ਕਰਨ ਨੂੰ ਤਿਆਰ ਹੈ। ਜਦੋਂ ਕਿਸਾਨ ਸੋਧਾਂ ਚਾਹੁੰਦੇ ਹੀ ਨਹੀਂ, ਇਹਨੂੰ ਬਿੱਲ ਨੂੰ ਰੱਦ ਕਰ ਦਿਓ। ਰੱਦ ਕਰਨ ਤੋਂ ਬਾਅਦ ਇੱਕ ਕਮੇਟੀ ਬਣਾ ਲਓ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਕਹੋ ਵੀ ਤੁਹਾਡੇ ਸਾਨੂੰ 11 ਨੁਮਾਇੰਦੇ ਚਾਹੀਦੇ ਨੇ ਜਾਂ 20 ਨੁਮਾਇੰਦੇ ਚਾਹੀਦੇ ਨੇ। ਕੇਂਦਰ ਸਰਕਾਰ ਉਹਦੇ 'ਚ ਭਾਈਵਾਲ ਬਣ ਜੇ, ਸਾਰੀਆਂ ਰਾਜ ਸਰਕਾਰਾਂ ਦਾ ਇੱਕ ਇੱਕ ਨੁਮਾਇੰਦਾ ਲੈ ਲਿਆ ਜਾਵੇ ਤੇ ਖੇਤੀ ਮਾਹਰਾਂ ਨੂੰ ਵੀ ਵਿੱਚ ਬਿਠਾਇਆ ਜਾਵੇ। ਇਹਨੂੰ ਦੁਬਾਰਾ ਤੋਂ ਡਿਸਕਸ ਕਰ ਲਓ। ਡਿਸਕਸ ਕਰਕੇ ਜੋ ਉਹਦੇ ਵਿੱਚੋਂ ਨਿਚੋੜ ਨਿਕਲੇਗਾ, ਸਹਿਮਤੀ ਬਣੇਗੀ, ਸਰਬ ਸਾਂਝੀ ਸਹਿਮਤੀ ਬਣੇਗੀ, ਉਹਦੇ ਮੁਤਾਬਕ ਕੰਮ ਕਰ ਲਓ। ਇਹ ਕਿੰਨੀ ਕੁ ਵੱਡੀ ਗੱਲ ਹੈਗੀ ਹੈ। ਪਰ ਬਾਰ-ਬਾਰ ਤੁਸੀਂ ਕਿਸਾਨਾਂ ਦੇ ਸਬਰ ਦਾ ਪਰਖ ਨਾ ਲਓ ਔਰ ਸਦਾ ਤੁਸੀਂ ਇਸ ਰਾਜ ਤੇ ਨਹੀਂ ਬੈਠੇ ਰਹਿਣਾ। ਇਹ ਰਾਜ ਭਾਗ ਆਉਂਦੇ ਜਾਂਦੇ ਰਹਿੰਦੇ ਨੇ, ਲੇਕਿਨ ਜਨਤਾ ਜਿਹੜੀ ਆ ਉਹ ਹਮੇਸ਼ਾ ਸੁਪਰੀਮ ਹੁੰਦੀ ਹੈ। ਉਹ ਜਨਤਾ ਦੀਆਂ ਭਾਵਨਾਵਾਂ ਤੋਂ ਜਦੋਂ ਉਲਟ ਜਾ ਕੇ ਖਿਲਵਾੜ ਕਰੋਗੇ ਤਾਂ ਫਿਰ ਜਨਤਾ ਬਹੁਤਾ ਸਮਾਂ ਤੁਹਾਡੇ ਨਾਲ ਚੱਲ ਨਹੀਂ ਸਕਦੀ। ਜਿਵੇਂ ਹੁਣ ਕਰੋਨਾ ਵਾਲੇ ਮਾਮਲੇ ਦੇ ਵਿੱਚ, ਇਹ ਤਾਂ ਛੱਡੋ, ਤੁਸੀਂ ਕਿਸਾਨਾਂ ਦੀਆਂ ਤਾਂ ਜਿਹੜੀਆਂ ਇਹਨੇ ਕੱਲ੍ਹ ਬਿਆਨ ਦਿੱਤਾ ਸੀਗਾ ਕਿ ਸਾਡੇ ਕੋਲ ਕੋਈ ਰਿਕਾਰਡ ਨਹੀਂ, ਤਾਂ ਕਿਸਾਨ ਜਥੇਬੰਦੀਆਂ ਨੇ ਕਿਹਾ ਅਸੀਂ ਭੇਜ ਦਿੰਦੇ ਹਾਂ। ਬਿਲਕੁਲ, ਇਹਨਾਂ ਕੋਲੇ ਤਾਂ ਜਿਹੜੀਆਂ ਕਰੋਨਾ ਦੇ ਦੌਰਾਨ ਮੌਤਾਂ ਹੋਈਆਂ ਨੇ ਉਹਦਾ ਰਿਕਾਰਡ ਵੀ ਹੈ ਨਹੀਂ। ਇਹ ਕਰਦੇ ਕੀ ਨੇ, ਕੀ ਦੱਸਣਾ ਚਾਹੁੰਦੇ ਨੇ? ਪ੍ਰਧਾਨ ਮੰਤਰੀ ਨੇ ਕਦੇ ਫੇਸ ਕੀਤਾ? ਮਤਲਬ ਜਦੋਂ ਵੀ ਗੱਲ ਕਰਨੀ ਹੈ ਫਿਰਕਾ ਪ੍ਰਸਤੀ ਦੀ ਗੱਲ ਕਰਨੀ ਹੈ, ਫਿਰਕਿਆਂ ਨੂੰ ਵੰਡਣ ਦੀ ਗੱਲ ਕਰਨੀ ਹੈ, ਧਰਮਾਂ ਦੀ ਜਾਤਾਂ ਪਾਤਾਂ ਦੇ ਨਾਂ 'ਤੇ ਵੰਡਣ ਦੀ ਗੱਲ ਕਰਨੀ ਹੈ, ਕਦੇ ਕੋਈ ਅਜਿਹੀ ਗੱਲ ਕੀਤੀ ਹੈ? ਬਹੁਤ ਸਾਰੇ ਲੋਕਾਂ ਨੇ ਉੱਥੋਂ ਕੀਤਾ ਕਿ ਇਹ ਫਕੀਰ ਸਾਹਿਬ ਉਹ ਨੇ ਜਿਹਦੇ 10-10 ਲੱਖ ਦਾ ਸੂਟ ਪਾਇਆ ਜਾਂਦਾ ਹੈ। ਸੋ ਜਿਹੜਾ ਬੰਦਾ 10-10 ਲੱਖ ਦਾ ਸੂਟ ਪਾਉਂਦਾ, ਉਹ ਬੰਦਾ ਜਿਹੜਾ ਕਿਰਤੀ ਲੋਕ ਨੇ, ਬਾਬੇ ਨਾਨਕ ਨੇ ਕਿਹਾ ਸੀ ਭਾਈ ਲਾਲੋ, ਉਹ ਭਾਈ ਲਾਲੋ ਦਾ ਹੋ ਹੀ ਨਹੀਂ ਸਕਦਾ। ਜਦੋਂ ਤੱਕ ਇਹ ਮਲਕ ਭਾਗੋਂ ਦੇ ਬਣ ਕੇ ਰਹਿਣਗੇ ਇਹ ਮਸਲੇ ਹੱਲ ਨਹੀਂ ਹੋਣੇ। ਜੇ ਮਸਲੇ ਹੱਲ ਕਰਨੇ ਨੇ ਤਾਂ ਭਾਈ ਲਾਲੋਆਂ ਦੇ ਨਾਲ ਖੜਨਾ ਪਊਗਾ। ਜਦੋਂ ਤੁਸੀਂ ਹੁਣ ਤੱਕ ਜੋ ਕੁਝ ਕੀਤਾ ਉਹ ਮਲਕ ਭਾਗੋਆਂ ਦੇ ਨਾਲ ਖੜ ਕੇ ਕੀਤਾ। ਜੀ ਬਿਲਕੁਲ ਢਿੱਲੋਂ ਸਾਹਿਬ,
ਤੁਸੀਂ ਬਿਆਨਾਂ ਦੀ ਗੱਲ ਕੀਤੀ ਕਿ ਜਿਹੜਾ ਮੁੱਦਾ ਕੁਝ ਹੋਰ ਹੁੰਦਾ, ਬਿਆਨ ਕੁਝ ਹੋਰ ਦਿੱਤੇ ਜਾਂਦੇ ਨੇ। ਇਸੇ ਦੇ ਚੱਲਦੇ ਹਰਦੀਪੁਰੀ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ। ਕੇਂਦਰੀ ਮੰਤਰੀ ਬਣੇ ਨੇ, ਨਵੇਂ ਪੈਟਰੋਲੀਅਮ ਦੇ ਨੇ। ਉਹਨਾਂ ਦਾ ਕਹਿਣਾ ਹੈ ਕਿ ਅਫਵਾਹਾਂ ਫੈਲਾਈਆਂ ਗਈਆਂ ਨੇ ਕਰੋਨਾ ਨੂੰ ਲੈ ਕੇ, ਲਗਾਤਾਰ ਲੋਕਾਂ ਨੂੰ ਉਹਨਾਂ ਤੋਂ ਬਚਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਵੱਡਾ ਅੰਕੜਾ ਦਿੱਤਾ ਹੈ ਕਿ 42 ਕਰੋੜ ਦੇ ਕਰੀਬ ਅਸੀਂ ਲੋਕਾਂ ਨੂੰ ਕਰੋਨਾ ਦੀਆਂ ਡੋਜ਼ਿਸ ਲਗਾ ਚੁੱਕੇ ਹਾਂ। ਦੇਖੋ, ਇਹ ਤਾਂ ਜਿਹੜੇ ਸਰਕਾਰੀ ਅੰਕੜੇ ਨੇ, ਬਹੁਤ ਸਾਰੇ ਥਾਵਾਂ ਤੇ ਆਇਆ, ਕਈ ਬੰਦਿਆਂ ਦੇ ਨਾਂ ਹੀ ਨਹੀਂ ਹੈਗੇ, ਕਈ ਬੰਦੇ ਉਸ ਰਾਜ ਦੇ ਹੀ ਨਹੀਂ ਹੈਗੇ, ਕਈਆਂ ਦੇ ਐਡਰੈਸ ਠੀਕ ਨਹੀਂ ਹੈਗੇ, ਉਹਨਾਂ ਦੇ ਡੋਜ਼ਾਂ ਵੀ ਲੱਗ ਚੁੱਕੀਆਂ ਨੇ। ਇਹ ਜਿਹੜਾ ਸਾਰਾ ਘਾਲਾ ਮਾਲਾ ਚੱਲ ਰਿਹਾ, ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈਗੀ ਆ। ਅਸਲੀਅਤ ਛੁਪਾਇਆ ਕੁਝ ਨਹੀਂ ਹੁੰਦਾ, ਮਤਲਬ ਤੁਹਾਨੂੰ ਅਸਲੀਅਤ ਅੱਗੇ ਲਿਆਉਣੀ ਪਊਗੀ। ਜਦੋਂ ਤੱਕ ਤੁਸੀਂ ਉਹਦੇ ਤੇ ਨਹੀਂ ਉਤਰੋਗੇ, ਜਿਹੜੇ ਪੁਰੀ ਸਾਹਿਬ ਨੇ ਇਹ ਬਿਆਨ ਦਿੱਤਾ, ਠੀਕ ਹੈ, ਉਹਨਾਂ ਕੋਲ ਕਿਹੜਾ ਅੰਕੜਾ ਆਇਆ, ਕੀ ਉਹ ਅੰਕੜਾ ਰਾਜਾਂ ਦੇ ਨਾਲ ਮੈਚ ਕਰਦਾ? ਹੁਣ ਆਪਣੇ ਪੰਜਾਬ ਦੀ ਅੱਜ ਦੀ ਉਹ ਖਬਰ ਛਪੀ ਹੋਈ ਹੈ ਕਿ ਸਰਕਾਰੀ ਅਦਾਰਿਆਂ ਦੇ ਵਿੱਚ, ਹਸਪਤਾਲਾਂ ਦੇ ਵਿੱਚ ਕਰੋਨਾ ਦੀ ਡੋਜ਼ ਹੈ ਨਹੀਂ ਤੇ ਪ੍ਰਾਈਵੇਟ ਦੇ ਵਿੱਚ ਭਰਮਾਰ ਹੈ, ਜਦੋਂ ਮਰਜ਼ੀ ਲਵਾਇਆ ਉਹ ਜਾ ਕੇ। ਸੋ ਸਰਕਾਰਾਂ ਨੇ ਲੋਕਾਂ ਮੁਤਾਬਕ ਕੰਮ ਨਹੀਂ ਕੀਤਾ। ਆ ਜਿਹੜਾ ਨਵਜੋਤ ਸਿੱਧੂ ਵਾਲਾ ਆਭਾਰ ਵੀ ਇਸੇ ਚੋਂ ਨਿਕਲ ਕੇ ਆਇਆ ਨਾ। ਜੇ ਕੈਪਟਨ ਸਾਹਿਬ ਨੇ ਲੋਕਾਂ ਨੂੰ ਮਿਲੇ ਹੁੰਦੇ, ਐਮਐਲਏ ਨੂੰ ਮਿਲੇ ਹੁੰਦੇ, ਮੰਤਰੀਆਂ ਨੂੰ ਮਿਲੇ ਹੁੰਦੇ, ਤਾਂ ਅੱਜ ਜਿਹੜੀ ਸਥਿਤੀ ਉਹਨਾਂ ਦੀ ਪੈਦਾ ਹੋ ਗਈ ਹੈ ਇਹ ਨਾ ਹੁੰਦੀ। ਕਿਉਂਕਿ ਸਾਨੂੰ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਦਾ ਸਵੈ ਤੌਰ ਤੇ, ਆਪਣੇ ਤੌਰ ਦੇ ਉੱਤੇ ਪੜਚੋਲ ਕਰਨੀ ਚਾਹੀਦੀ ਹੈ ਕਿ ਇਹ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਸਾਂਭ ਲਿਆ ਜਾਂਦਾ, ਇਹ ਸਾਰਾ ਕੁਝ ਨਹੀਂ ਸੀ ਹੋਣਾ। ਕਰੋਨਾ ਦੇ ਮਾਮਲੇ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫਸੀ ਹੈ, ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਦੇ ਵਿੱਚ ਸਰਕਾਰ ਬੁਰੀ ਤਰ੍ਹਾਂ ਫਸੀ ਹੈ, ਉਹਦਾ ਕੋਈ ਜਵਾਬ ਨਹੀਂ ਦੇ ਰਿਹਾ। ਖੇਤੀ ਕਾਨੂੰਨਾਂ ਤੇ ਤਾਂ ਫਸੀ ਹੈ। ਇਸ ਕਰਕੇ ਇਹ ਜਿਹੜੇ ਲੋਕ ਗੱਲ ਕਰਦੇ ਨੇ, ਪੁਰੀ ਸਾਹਿਬ ਦੇ ਕੋਲੇ ਹੁਣ ਮਹਿਕਮਾ ਹੈ, ਤੁਸੀਂ ਦੇਖੋ ਬੜੀ ਸ਼ੈਤਾਨੀ ਦੇ ਨਾਲ ਉਹਨਾਂ ਨੂੰ ਮਹਿਕਮਾ ਦਿੱਤਾ ਗਿਆ, ਕਿਉਂਕਿ ਪੁਰੀ ਸਾਹਿਬ ਇੱਕ ਘੱਟ ਗਿਣਤੀਆਂ ਨਾਲ ਸੰਬੰਧ ਰੱਖਦੇ ਨੇ। ਠੀਕ ਹੈ, ਉਹ ਘੱਟ ਗਿਣਤੀਆਂ ਦੇ ਬਹੁ ਗਿਣਤੀ ਕਿਸਾਨ ਦਿੱਲੀ 'ਚ ਬੈਠੇ ਨੇ। ਭਾਵ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਇਹ ਜਿਹੜਾ ਮਰਿਆ ਸੱਪਾ ਪੁਰੀ ਸਾਹਿਬ ਦੇ ਗਲ 'ਚ ਪਾਤਾ ਪੈਟਰੋਲੀਅਮ ਵਾਲਾ। ਬਦਨਾਮ ਹਮ ਹੋਏਂਗੇ, ਜੇ ਕਾਮਯਾਬ ਹੋਏਂਗੇ ਤਾਂ ਹਮ, ਬਿਲਕੁਲ है ना, जे कामयाब होएंगे हम, जे बदनाम होवेंगे तुम। ਇਹ ਜਿਹੜਾ ਖੇਡ ਖੇਡੀ ਜਾ ਰਹੀ ਹੈ ਇਹ ਗਲਤ ਹੈ, ਇਹ ਨਹੀਂ ਹੋਣਾ ਚਾਹੀਦਾ। ਸੋ ਸਰਕਾਰਾਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਉਹਨਾਂ ਨੇ ਕਰਨਾ ਕੀ ਹੈਗਾ। ਨਰਿੰਦਰ ਮੋਦੀ ਨੂੰ ਦੱਸਣਾ ਤਾਂ ਚਾਹੀਦਾ ਕਿ 7 ਸਾਲਾਂ ਦੇ ਵਿੱਚ ਜੋ ਗੱਲਾਂ ਉਹਨੇ ਕੀਤੀਆਂ ਸੀ, ਮੈਂ ਇੰਨੇ ਪੈਸੇ ਲੈ ਆਊਂਗਾ, ਕਿੰਨੇ ਗੁਜਰਾਤੀ ਇੱਥੇ ਚੂਨਾ ਲਾ ਕੇ ਬਾਹਰ ਤੁਰ ਗਏ ਨੇ, ਕੀ ਉਹ ਸਾਰੇ ਦਾ ਸਾਰਾ ਵਾਪਸ ਆ ਗਿਆ? ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਕਿੰਨਾ ਕੁ ਚਿਰ ਝੂਠ ਬੋਲੋਗੇ? ਤੁਹਾਡੀ ਪੁਰਾਣੀ ਵੀਡੀਓ ਨਾਲ ਦੀ ਨਾਲ ਚਲਾ ਦਿੰਦੇ ਨੇ ਲੋਕ ਵੀ ਆਹ ਦੇਖੋ ਪਹਿਲਾਂ ਤੁਸੀਂ ਆਹ ਗੱਲ ਕਹੀ ਸੀ, ਜੇ ਤੁਸੀਂ ਇਸ ਤੋਂ ਮੁਕਰੋਗੇ, ਇਸ ਤੋਂ ਪਾਸੇ ਹਟੋਗੇ, ਇਹ ਮੰਦਭਾਗਾ ਹੈ। ਦੇਸ਼ ਨੂੰ ਦੇਸ਼ ਰਹਿਣ ਦਿਓ, ਦੇਸ਼ ਦੇ ਲੋਕਾਂ ਦੀਆਂ ਜਿਹੜੀਆਂ ਜ਼ਰੂਰਤਾਂ ਉਹਨਾਂ ਚੀਜ਼ਾਂ ਨੂੰ ਸਮਝੋ। ਤੁਸੀਂ ਇਹਨਾਂ 6.5 ਸਾਲਾਂ ਦੇ ਵਿੱਚ ਕਰ ਕੀ ਦਿੱਤਾ? ਤੁਸੀਂ ਇਹ 7 ਸਾਲਾਂ ਦੇ ਵਿੱਚ ਲੋਕਾਂ ਦੇ ਗਲ ਜਿਹੜਾ ਪਾਇਆ ਉਹ ਵੱਧ ਤੋਂ ਵੱਧ ਸਮੱਸਿਆਵਾਂ ਪਈਆਂ ਨੇ। ਇਹ ਬਹੁਤ ਮੰਦਭਾਗਾ, ਨਹੀਂ ਹੋਣਾ ਚਾਹੀਦਾ। ਜੀ ਟੁੱਲਰ ਸਾਹਿਬ, ਤੁਸੀਂ ਮੁੱਦਿਆਂ ਦੀ ਗੱਲ ਕੀਤੀ ਤਾਂ ਪੈਟਰੋਲੀਅਮ ਦੇ, ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ, ਮਹਿੰਗਾਈ ਨੂੰ ਲੈ ਕੇ ਕਈ ਮੁੱਦੇ ਸੀ। ਕਿਸਾਨ ਅੰਦੋਲਨ ਵੱਡਾ ਮੁੱਦਾ ਬਣ ਚੁੱਕਿਆ ਹੈ। ਇਸੇ ਦੇ ਚੱਲਦਿਆਂ ਇੱਕ ਹੋਰ ਮੁੱਦਾ ਜਿਹੜਾ ਕਾਲ ਰਿਕਾਰਡਿੰਗ ਦਾ ਸ਼ੁਰੂ ਹੋ ਗਿਆ ਹੈ ਕਿ ਡਾਟਾ ਲੀਕ ਹੋ ਰਿਹਾ ਹੈ। ਇਜ਼ਰਾਈਲ ਦੀ ਇੱਕ ਕੰਪਨੀ ਹੈ ਪੈਗਾਸਸ, ਉਹਦੇ ਉੱਤੇ ਇਲਜ਼ਾਮ ਲੱਗੇ ਨੇ ਤੇ ਕਾਂਗਰਸ ਵੱਲੋਂ ਇਲਜ਼ਾਮ ਲਗਾਏ ਗਏ ਨੇ ਮੋਦੀ ਸਰਕਾਰ ਦੇ ਉੱਤੇ। ਬਿਲਕੁਲ, ਜਿਹੜੇ ਇਲਜ਼ਾਮ ਲਾਏ ਨੇ ਉਹਦੇ ਬਾਰੇ ਸਰਕਾਰ ਕੋਈ ਸਪਸ਼ਟ ਨਹੀਂ ਕਰ ਸਕੀ, ਚੁੱਪ ਬੈਠੀ ਹੈ। ਜਿਹੜੇ ਇਹ ਫੋਨ ਟੈਪ ਹੋ ਰਹੇ ਨੇ, ਸਿਆਸਤਦਾਨਾਂ ਦੇ ਵੀ ਹੋ ਰਹੇ ਨੇ, ਪੱਤਰਕਾਰਾਂ ਦੇ ਵੀ ਹੋ ਰਹੇ ਨੇ, ਹੋਰਨਾਂ ਅਧਿਕਾਰੀਆਂ ਦੇ ਵੀ ਕੀਤੇ ਜਾ ਰਹੇ ਨੇ। ਦੇਖੋ, ਇਹ ਨਿੱਜਤਾ ਦੇ ਉੱਤੇ ਹਮਲਾ ਹੈਗਾ। ਨਿੱਜਤਾ ਦੇ ਉੱਤੇ ਹਮਲਾ ਨਹੀਂ ਹੈ, ਮਤਲਬ ਨਹੀਂ ਹੋਣਾ ਚਾਹੀਦਾ। ਕਿਸੇ ਦੇ ਵੀ ਵਿਚਾਰ ਕੁਝ ਵੀ ਹੋ ਸਕਦੇ ਨੇ, ਉਹਨਾਂ ਨੂੰ ਸੋਚਣ ਦੀ ਜ਼ਰੂਰਤ ਹੈਗੀ ਹੈ। ਇਹ ਜਿਹੜਾ ਕੁਝ ਕੀਤਾ ਜਾ ਰਿਹਾ ਇਹ ਠੀਕ ਨਹੀਂ ਹੈਗਾ। ਟੁੱਲਰ ਸਾਹਿਬ, ਤੁਸੀਂ ਇਸ ਚਰਚਾ ਦੇ ਵਿੱਚ ਸਾਡੇ ਨਾਲ ਸ਼ਾਮਲ ਹੋਏ, ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ, ਮਿਹਰਬਾਨੀ। ਸੋ ਦਰਸ਼ਕੋ, ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ। ਤੁਸੀਂ ਸਾਨੂੰ ਦੇਖ ਸਕਦੇ ਹੋ ਇਸੇ D5 ਚੈਨਲ ਪੰਜਾਬੀ ਦੇ ਉੱਤੇ। ਰੋਜ਼ਾਨਾ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ। ਇੱਕ ਮੇਰੀ ਵੀ ਸੁਣੋ ਨਵਾਂ ਪ੍ਰੋਗਰਾਮ ਹੈ। ਇਸ ਤੋਂ ਪਹਿਲਾਂ ਵੀ ਕਈ ਪ੍ਰੋਗਰਾਮ ਚੱਲਦੇ ਨੇ। ਉਸੇ ਤਰ੍ਹਾਂ ਤੁਸੀਂ ਪਿਆਰ ਸਤਿਕਾਰ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਨੂੰ ਜ਼ਰੂਰ ਦਿਓਗੇ, ਕਿਉਂਕਿ ਇਹਦੇ ਵਿੱਚ ਲੋਕ ਮੁੱਦਿਆਂ ਦੀ ਗੱਲ ਕਰਦੇ ਹਾਂ। ਗੱਲ ਕਰਾਂਗੇ ਤੁਹਾਡੇ ਗਲੀ ਮੁਹੱਲੇ ਦੇ ਮੁੱਦਿਆਂ ਦੀ। ਇਸੇ ਤਰ੍ਹਾਂ ਹੋਰ ਮੁੱਦੇ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਵਾਲਿਆਂ ਨਾਲ ਕਰੋ ਸਿੱਧੀ ਗੱਲਬਾਤ ਤੇ ਜਾਣੋ ਗੁਰਬਾਣੀ ਦੇ ਅਰਥ। ਰੋਜ਼ਾਨਾ ਪਾਠ ਕਰਨ ਵਾਲੇ ਇਹ ਪ੍ਰੋਗਰਾਮ ਜ਼ਰੂਰ ਦੇਖਣ ਤੇ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਪਾਤਰ ਬਣਨ।
ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਗੁਰਬਾਣੀ ਗਿਆਨ ਐਤਵਾਰ ਸਵੇਰੇ 7 ਤੋਂ 8 ਵਜੇ ਤੱਕ D5 ਚੈਨਲ ਪੰਜਾਬੀ ਤੇ।